सत श्री अकाल। तुसीं PNCN देख रहे हो। खबरों के इस बुलेटिन ਦੇ ਵਿੱਚ ਤੁਹਾਨੂੰ ਅਸੀਂ ਕੈਨੇਡਾ ਭਰ ਤੋਂ ਕਈ ਖਬਰਾਂ ਦੱਸਾਂਗੇ, ਜਿਸ ਦੇ ਵਿੱਚ ਜਾਣਕਾਰੀ ਦੇਵਾਂਗੇ ਕਿ ਜੋ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰ ਵਧਾਈ ਗਈ ਹੈ, ਕੈਨੇਡਾ ਵਾਸੀਆਂ ਦੇ ਲਈ ਕਿਉਂ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। BC ਫੇਰੀਜ਼ ਨੂੰ ਲੱਖਾਂ ਡਾਲਰ ਦਾ ਫਾਈਨ ਕਿਉਂ ਕੀਤਾ ਗਿਆ ਹੈ। ਇੱਕ 13 ਸਾਲ ਦੀ ਬੱਚੀ ਨੂੰ ਲੱਭਣ ਦੇ ਲਈ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਅਣਜਾਣ ਵਿਅਕਤੀਆਂ ਦੇ ਉੱਤੇ ਹਮਲਾ ਕੀਤੇ ਜਾਣ ਦਾ ਮਾਮਲਾ ਕਿੱਥੇ ਤੋਂ ਤੇ ਕੀ ਸਾਹਮਣੇ ਆਇਆ, ਇਸ ਦੇ ਬਾਰੇ ਵੀ ਦੱਸਾਂਗੇ ਤੇ ਇਸ ਦੇ ਨਾਲ ਹੀ ਹੋਰ ਵੀ ਕਈ ਖਬਰਾਂ ਨੇ ਜਿਸ ਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ। ਸਭ ਤੋਂ ਪਹਿਲੀ ਖਬਰ ਜੋ ਕਿ BC ਫੇਰੀਜ਼ ਨੂੰ ਲੱਖਾਂ ਡਾਲਰ ਦਾ ਫਾਈਨ ਹੋਇਆ। ਦਰਅਸਲ ਇਹ ਫਾਈਨ ਵਰਕ ਸੇਫ BC ਦੇ ਵੱਲੋਂ ਕੀਤਾ ਗਿਆ ਹੈ। ਵਰਕ ਸੇਫ BC ਨੇ ਇਸੇ ਜਾਣਕਾਰੀ ਵੀ ਸਾਂਝੀ ਕੀਤੀ ਹੈ। ਦਰਅਸਲ ਸਾਲ 2020 ਦਾ ਇੱਕ ਮਾਮਲਾ ਹੈ ਜਦੋਂ BC ਫੇਰੀਜ਼ ਦੇ ਇੱਕ ਕਾਮੇ ਨੇ ਦਮ ਤੋੜ ਦਿੱਤਾ ਸੀ ਕੰਮ ਦੇ ਉੱਤੇ, ਜੋ ਕਿ ਰਿਚਮੰਡ ਦੇ ਵਿੱਚ ਡੌਕ ਦੇ ਉੱਤੇ ਜੋ ਮੇਨਟੇਨੈਂਸ ਫੈਸਿਲਿਟੀ ਹੈ BC ਫੇਰੀਜ਼ ਦੀ, ਉੱਥੇ ਕੰਮ ਕਰ ਰਿਹਾ ਸੀ ਕਿ ਕੋਈ ਚੀਜ਼ ਚੁੱਕਣ ਦੇ ਲਈ ਉਹ ਪਾਣੀ ਦੇ ਵਿੱਚ ਕੋਸ਼ਿਸ਼ ਕਰ ਰਿਹਾ ਸੀ ਕਿ ਪਾਣੀ ਵਿੱਚ ਡਿੱਗ ਗਿਆ, ਜਿਸ ਤੋਂ ਬਾਅਦ ਉਸਨੇ ਦਮ ਤੋੜ ਦਿੱਤਾ। ਤੇ ਜਦੋਂ ਪੂਰੀ ਜਾਂਚ ਕੀਤੀ ਗਈ ਤਾਂ ਉਸ ਤੋਂ ਬਾਅਦ ਪਾਇਆ ਗਿਆ ਕਿ BC ਫੇਰੀਜ਼ ਦੇ ਜੋ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਕਿ ਸੁਰੱਖਿਆ ਨੂੰ ਲੈ ਕੇ ਕਿ ਪਾਣੀ ਦੇ ਨੇੜੇ ਜਦੋਂ ਕੰਮ ਕਰ ਰਹੇ ਨੇ ਤਾਂ ਉਹਨਾਂ ਕੋਲ ਸੇਫਟੀ ਜੈਕਟ ਅਜਿਹੀ ਹੋਣੀ ਚਾਹੀਦੀ ਸੀ ਕਿ ਜੋ ਫਲੋਟਿੰਗ ਜੈਕਟ ਹੁੰਦੀ ਕਿ ਉਹ ਪਾਣੀ ਦੇ ਉੱਪਰ ਤੈਰ ਸਕਦੇ ਜਾਂ ਫਿਰ ਪਾਣੀ ਦੇ ਵਿੱਚ ਡੁੱਬਦੇ ਨਾ। ਘੱਟੋ ਘੱਟ ਪਾਣੀ ਦੇ ਵਿੱਚ ਕੋਈ ਜੇਕਰ ਡਿੱਗੇ ਤਾਂ ਉਹ ਡੁੱਬੇ ਨਾ, ਕਿਉਂਕਿ ਪਾਣੀ ਦੇ ਨੇੜੇ ਕੰਮ ਕਰ ਰਹੇ ਨੇ। ਇਸ ਦੇ ਨਾਲ ਹੀ ਇਸ ਗੱਲ ਦੇ ਲਈ ਅਸਫਲ ਰਹਿਣ ਵਾਸਤੇ ਵੀ BC ਫੇਰੀਜ਼ ਨੂੰ ਇਹ ਫਾਈਨ ਕੀਤਾ ਗਿਆ ਹੈ। ਮੈਨੇਜਮੈਂਟ ਦੀ ਗਲਤੀ ਇਸ ਦੇ ਵਿੱਚ ਦੱਸੀ ਗਈ ਹੈ ਕਿ ਜੋ ਕਾਮਿਆਂ ਨੂੰ ਪੂਰੀ ਕੁਝ ਇਸ ਤਰ੍ਹਾਂ ਟ੍ਰੇਨਿੰਗ ਨਹੀਂ ਦਿੱਤੀ ਗਈ ਕਿ ਪਾਣੀ ਵਿੱਚ ਜਦੋਂ ਉਹ ਕਾਮਾ ਡੁੱਬਿਆ ਆਪਣੇ ਆਪ ਨੂੰ ਬਚਾ ਸਕਦਾ ਜਾਂ ਫਿਰ ਉਸਦੇ ਕੋਲ ਕੋਈ ਅਜਿਹਾ ਹੁੰਦਾ ਕਿ ਉਸ ਨੂੰ ਬਚਾ ਲੈਂਦਾ। ਪਰ ਇਸ ਤਰ੍ਹਾਂ ਜਿਵੇਂ ਕਿ ਇੱਕ ਕਾਮੇ ਦੀ ਜਾਨ ਚਲੀ ਗਈ ਤਾਂ ਉਸ ਤੋਂ ਬਾਅਦ ਵਰਕ ਸੇਫ BC ਨੇ ਜੋ ਫਾਈਨ ਕੀਤਾ ਹੈ 6,74,445 ਡਾਲਰ ਤੇ 92 ਸੈਂਟ ਦਾ ਇਹ ਫਾਈਨ ਹੈ ਜੋ ਕਿ BC ਫੇਰੀਜ਼ ਨੂੰ ਕੀਤਾ ਗਿਆ ਹੈ ਤੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੈਨੇਡਾ ਭਰ ਵਿੱਚ ਵੱਖੋ ਵੱਖਰੇ ਸ਼ਹਿਰਾਂ ਦੇ ਅੰਦਰ ਕਾਫੀ ਮਹਿੰਗੇ ਘਰ ਵਿਕੇ ਤੇ ਖਰੀਦੇ ਗਏ ਤੇ ਇਸੇ ਦੌਰਾਨ ਜੋ ਹੁਣ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਦੇ ਵਿੱਚ ਵਾਧਾ ਕਰਨ ਦਾ ਇੱਕਦਮ ਐਲਾਨ ਕਰ ਦਿੱਤਾ। ਲਗਾਤਾਰ ਇਹ ਵਾਧਾ ਕੀਤਾ ਜਾ ਰਿਹਾ ਹੈ ਤੇ ਅੱਗੇ ਹੋਰ ਵੀ ਵਾਧਾ ਹੋਵੇਗਾ, ਇਸ ਦੇ ਬਾਰੇ ਵੀ ਕਿਹਾ ਜਾ ਰਿਹਾ ਹੈ। ਤਾਂ ਇਸ ਦੇ ਨਾਲ ਹੀ ਨਾ ਸਿਰਫ ਜਿਨ੍ਹਾਂ ਨੇ ਘਰ ਖਰੀਦੇ ਨੇ ਸਗੋਂ ਹੋਰ ਵੀ ਕੰਮਾਂ ਦੇ ਵਾਸਤੇ ਵੱਡੇ ਲੋਨ ਲਏ ਹੋਏ ਨੇ ਤਾਂ ਉਹਨਾਂ ਦੇ ਉੱਤੇ ਵਿਆਜ ਦਰ ਵਧਣ ਦੇ ਨਾਲ ਕਾਫੀ ਜ਼ਿਆਦਾ ਪ੍ਰਭਾਵ ਪੈਣ ਵਾਲਾ ਹੈ। ਜਿਵੇਂ ਕਿ ਜੋ ਹੁਣ ਮੌਰਗੇਜ ਵੀ ਕਰਵਾਈ ਗਈ ਹੈ ਉਸ ਦੀ ਕਿਸ਼ਤ ਦੇ ਵਿੱਚ ਵੀ ਵਾਧਾ ਹੋਵੇਗਾ, ਖਾਸ ਤੌਰ ਦੇ ਉੱਤੇ ਜਦੋਂ ਰੀਨਿਊ ਕਰਵਾਈ ਜਾਵੇਗੀ ਮੌਰਗੇਜ ਤਾਂ ਉਸ ਸਮੇਂ ਉਸ ਦੀ ਜਦੋਂ ਕਿਸ਼ਤ ਵਧਣੀ ਹੈ ਤਾਂ ਉਸ ਦੇ ਨਾਲ ਦੇਣਦਾਰਾਂ ਦੇ ਉੱਤੇ ਵਿੱਤੀ ਬੋਝ ਵੀ ਵਧੇਗਾ। ਤੇ ਉਸ ਤੋਂ ਬਾਅਦ ਸਵਾਲ ਇਹ ਸਾਹਮਣੇ ਆਉਂਦਾ ਹੈ ਕਿ ਉਹ ਵਿੱਤੀ ਬੋਝ ਸਹਾਰ ਸਕਦੇ ਨੇ ਜਾਂ ਨਹੀਂ। ਤਾਂ ਇਸੇ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਸਮੇਂ ਮਹਿੰਗਾਈ ਇੰਨੇ ਵੱਡੇ ਪੱਧਰ ਦੇ ਉੱਤੇ ਵੱਧ ਰਹੀ ਹੈ ਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲਾ ਸਮਾਨ ਜਿਹੜਾ ਕਿ ਬਹੁਤ ਜ਼ਰੂਰੀ ਵੀ ਹੈ ਉਸ ਦੀਆਂ ਕੀਮਤਾਂ ਦੇ ਵਿੱਚ ਵੀ ਇੰਨਾ ਜ਼ਿਆਦਾ ਵਾਧਾ ਹੋ ਚੁੱਕਿਆ ਕਿ ਆਮ ਲੋਕਾਂ ਦੀ ਪਹੁੰਚ ਤੋਂ ਇੰਨੀ ਜ਼ਿਆਦਾ ਖਰੀਦਦਾਰੀ ਕਰਨੀ ਵੀ ਬੇਹੱਦ ਮੁਸ਼ਕਲ ਹੋਈ ਪਈ ਹੈ, ਜਿਸ ਨੂੰ ਲੈ ਕੇ ਉਹ ਆਪਣੀਆਂ ਦਿੱਕਤਾਂ ਦੇ ਬਾਰੇ ਜਾਣਕਾਰੀ ਸਾਂਝੀ ਵੀ ਕਰ ਰਹੇ ਨੇ। ਤੇ ਇਸੇ ਦੇ ਬਾਰੇ ਬੈਂਕ ਆਫ ਕੈਨੇਡਾ ਤੇ ਨਾਲ ਹੀ ਮਾਹਰਾਂ ਦੇ ਵੱਲੋਂ ਕੀ ਬਿਆਨ ਜਾਰੀ ਕੀਤੇ ਗਏ ਨੇ ਉਸ ਦੇ ਬਾਰੇ ਤੁਹਾਨੂੰ ਹੁਣ ਦੱਸਦੇ ਹਾਂ। ਵਧਦੀਆਂ ਵਿਆਜ ਦਰਾਂ ਦੇ ਨਾਲ ਬੈਂਕ ਆਫ ਕੈਨੇਡਾ ਨੇ ਘਰਾਂ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਹਾਊਸਹੋਲਡ ਮੌਰਗੇਜ ਵਧਣ ਨੂੰ ਲੈ ਕੇ ਖਤਰੇ ਦੀ ਘੰਟੀ ਵਜਾਈ ਹੈ, ਜਿਸ ਦਾ ਸਿੱਧਾ ਅਸਰ ਕੈਨੇਡਾ ਦੀ ਆਰਥਿਕਤਾ ਤੇ ਪੈ ਸਕਦਾ ਹੈ। ਬੈਂਕ ਨੇ ਆਪਣੀ ਸਾਲਾਨਾ ਵਿੱਤੀ ਪ੍ਰਣਾਲੀ ਸਮੀਖਿਆ ਵਿੱਚ ਕਿਹਾ, ਕੈਨੇਡਾ ਵਿੱਚ ਘਰੇਲੂ ਕਰਜ਼ੇ ਦੇ ਉੱਚੇ ਪੱਧਰ ਅਤੇ ਵਧੀਆਂ ਘਰਾਂ ਦੀਆਂ ਕੀਮਤਾਂ ਇਹ ਦੋਵੇਂ ਕੀਜ਼ ਆਪਸ ਵਿੱਚ ਜੁੜੀਆਂ ਹੋਈਆਂ ਨੇ, ਜਿਸ ਨਾਲ ਕੈਨੇਡਾ ਦੀ ਇਕਨੋਮੀ ਤੇ ਅਸਰ ਪੈ ਸਕਦਾ ਹੈ। ਅਪ੍ਰੈਲ 2020 ਅਤੇ ਅਪ੍ਰੈਲ 2022 ਵਿਚਕਾਰ ਰਾਸ਼ਟਰੀ ਪੱਧਰ ਤੇ ਘਰਾਂ ਦੀਆਂ ਕੀਮਤਾਂ 53% ਵਧਣ ਦੇ ਬਾਵਜੂਦ ਬੈਂਕ ਨੂੰ ਚਿੰਤਾ ਹੈ ਕਿ ਹਾਲ ਹੀ ਦੇ ਘਰੇਲੂ ਖਰੀਦਦਾਰਾਂ ਕੋਲ ਜ਼ਰੂਰੀ ਕੀਮਤ ਸੁਧਾਰ ਦਾ ਸਾਹਮਣਾ ਕਰਨ ਲਈ ਇਕੁਇਟੀ ਦੀ ਘਾਟ ਹੈ ਅਤੇ ਵਧਦੀਆਂ ਦਰਾਂ ਤੇ ਆਪਣੇ ਮੌਰਗੇਜ ਦਾ ਨਵੀਨੀਕਰਨ ਕਰਨ ਤੇ ਵਧੇਰੇ ਵਿੱਤੀ ਤਣਾਅ ਦਾ ਸਾਹਮਣਾ ਕਰਨਾ ਪਵੇਗਾ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਦੇ ਮੁਤਾਬਕ ਮਕਾਨਾਂ ਦੀਆਂ ਕੀਮਤਾਂ ਵਿੱਚ ਇਹ ਸੁਧਾਰ ਛੇਤੀ ਆ ਸਕਦਾ ਹੈ, ਜਿਸ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣਾ ਸਿਹਤਮੰਦ ਹੋਵੇਗਾ। ਬੈਂਕ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਬਹੁਤ ਸਾਰੇ ਘਰ ਖਰੀਦਦਾਰਾਂ ਨੇ ਕੈਨੇਡੀਅਨ ਹਾਊਸਿੰਗ ਮਾਰਕੀਟ ਵਿੱਚ ਮਕਾਨਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਦੇ ਕਾਰਨ ਕਿਤੇ ਘਰ ਖਰੀਦਣ ਤੋਂ ਵਾਂਝੇ ਨਾ ਰਹਿ ਜਾਣ। ਇਸ ਕਰਕੇ ਵਧਦੀਆਂ ਰਿਕਾਰਡ ਕੀਮਤਾਂ ਤੇ ਜਾਇਦਾਦ ਖਰੀਦਣ ਲਈ ਆਪਣੇ ਆਪ ਨੂੰ ਵਿੱਤੀ ਤੌਰ ਤੇ ਖਿੱਚਿਆ ਹੈ।
ਮੈਕਲਮ ਨੇ ਕਿਹਾ ਕਿ ਪਿਛਲੇ ਹਫ਼ਤੇ ਬੈਂਕ ਆਫ ਕੈਨੇਡਾ ਨੇ ਸੰਕੇਤ ਦਿੱਤਾ ਸੀ ਕਿ ਇੱਕ ਓਵਰਹੀਟਿੰਗ ਅਰਥਵਿਵਸਥਾ ਨਾਲ ਨਜਿੱਠਣ ਲਈ ਬੈਂਕ ਆਪਣੀਆਂ ਮੁੱਖ ਵਿਆਜ ਦਰਾਂ ਨੂੰ 3% ਦੇ ਪਿਛਲੇ ਟੀਚੇ ਤੋਂ ਉੱਪਰ ਵਧਾਉਣ ਲਈ ਤਿਆਰ ਹੈ। ਅਗਲੀ ਵਿਆਜ ਦਰ ਵਿੱਚ ਹੋਣ ਵਾਲਾ ਵਾਧਾ 13 ਜੁਲਾਈ ਨੂੰ ਤੈਅ ਕੀਤਾ ਗਿਆ ਹੈ, ਜਿੱਥੇ ਇਹ ਉਮੀਦ ਲਾਈ ਜਾ ਰਹੀ ਹੈ ਕਿ ਬੈਂਕ ਘੱਟੋ-ਘੱਟ 50 ਬੇਸਿਸ ਪੁਆਇੰਟਸ ਤੱਕ ਦਰਾਂ ਵਿੱਚ ਵਾਧਾ ਕਰ ਸਕਦਾ ਹੈ। ਬੈਂਕ ਨੇ ਘਰਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਲਈ ਸਪਲਾਈ ਦੇ ਮੁਕਾਬਲੇ ਮਜ਼ਬੂਤ ਮੰਗ ਅਤੇ ਜਾਇਦਾਦਾਂ ਨੂੰ ਖੋਣ ਵਾਲੇ ਨਿਵੇਸ਼ਕਾਂ ਦੀ ਗਿਣਤੀ ਵਿੱਚ ਵਾਧੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬੈਂਕ ਦੇ ਮੁਤਾਬਕ ਨਿਵੇਸ਼ਕਾਂ ਨੇ 2021 ਦੀ ਚੌਥੀ ਤਿਮਾਹੀ ਵਿੱਚ ਮੌਰਗੇਜ ਦੇ ਨਾਲ 22% ਦੀ ਜਾਇਦਾਦ ਦੀ ਖਰੀਦਦਾਰੀ ਕੀਤੀ, ਜੋ ਕਿ ਸਾਲ 2019 ਦੇ ਮੁਕਾਬਲੇ 19% ਤੋਂ ਵੱਧ ਹੈ। ਬੈਂਕ ਆਫ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਸਾਲ 2025 ਤੱਕ ਕੁਝ ਉਧਾਰ ਲੈਣ ਵਾਲਿਆਂ ਲਈ ਮੌਰਗੇਜ ਦਾ ਭੁਗਤਾਨ 45% ਤੱਕ ਵੱਧ ਸਕਦਾ ਹੈ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ ਸਾਲ ਤੋਂ ਵਧੇ ਹੋਏ ਘਰੇਲੂ ਕਰਜ਼ੇ ਅਤੇ ਮਕਾਨਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਵੱਡੀਆਂ ਕਮਜ਼ੋਰੀਆਂ ਬਣ ਗਈਆਂ ਨੇ, ਪਰ ਇਕਨੋਮੀ ਅਜੇ ਵੀ ਮਹਿੰਗਾਈ ਨੂੰ ਕਾਬੂ ਕਰਨ ਲਈ ਲੋੜੀਂਦਾ ਵਾਧੀਆਂ ਵਿਆਜ ਦਰਾਂ ਨੂੰ ਸੰਭਾਲ ਸਕਦੀ ਹੈ। ਮੈਕਲਮ ਨੇ ਕੇਂਦਰੀ ਬੈਂਕ ਦੇ ਹਾਲ ਹੀ ਵਿੱਚ ਕੀਤੇ ਵਿੱਤੀ ਪ੍ਰਣਾਲੀ ਦੀ ਸਮੀਖਿਆ ਨੂੰ ਲੈ ਕੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਇਕਨੋਮੀ ਲਈ ਉੱਚ ਵਿਆਜ ਦਰਾਂ ਦੀ ਲੋੜ ਹੈ ਅਤੇ ਇਹ ਯਕੀਨੀ ਤੌਰ ਤੇ ਉੱਚੀਆਂ ਵਿਆਜ ਦਰਾਂ ਨੂੰ ਸੰਭਾਲ ਸਕਦਾ ਹੈ। ਸਮੀਖਿਆ ਵਿੱਚ ਇਹ ਨੋਟ ਕੀਤਾ ਗਿਆ ਹੈ ਕਿ ਵਾਧੇ ਕਰਜ਼ੇ ਅਤੇ ਘਰਾਂ ਦੀਆਂ ਕੀਮਤਾਂ ਨੇ ਸਮੁੱਚੀ ਆਰਥਿਕ ਵਿਕਾਸ ਲਈ ਨੁਕਸਾਨਦੇਹ ਜੋਖਮਾਂ ਨੂੰ ਵਧਾ ਦਿੱਤਾ ਹੈ, ਕਿਉਂਕਿ ਮਹਿੰਗਾਈ ਦਾ ਮੁਕਾਬਲਾ ਕਰਨ ਲਈ ਵੱਧ ਰਹੀਆਂ ਦਰਾਂ ਘਰਾਂ ਨੂੰ ਕਰਜ਼ੇ ਦੇ ਮੁੜ ਅਦਾਇਗੀ ਵੱਲ ਖਪਤ ਨੂੰ ਮੋੜਨ ਦੀ ਸੰਭਾਵਨਾ ਨੂੰ ਵਧਾਉਂਦੀਆਂ ਨੇ। ਹਾਲਾਂਕਿ ਮੈਕਲਮ ਨੇ ਕੈਨੇਡੀਅਨ ਪਰਿਵਾਰਾਂ ਦੀ ਸਮੁੱਚੀ ਵਿੱਤੀ ਸਿਹਤ ਤੇ ਜ਼ੋਰ ਦਿੰਦੇ ਹੋਏ ਕਿਹਾ, ਕਿਉਂਕਿ ਮਹਾਮਾਰੀ ਦੌਰਾਨ ਐਵਰੇਜ ਨੈਟਵਰਥ ਲਗਭਗ $2,30,000 ਵਧੀ ਸੀ ਅਤੇ ਕੇਂਦਰੀ ਬੈਂਕ ਦਾ ਧਿਆਨ ਇਸ ਚਿੰਤਾ ਤੇ ਮਹਿੰਗਾਈ ਨੂੰ ਘਟਾਉਣ ਤੇ ਸੀ ਕਿ ਵੱਧ ਰਹੀਆਂ ਦਰਾਂ ਹਾਊਸਿੰਗ ਮਾਰਕੀਟ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀਆਂ ਹਨ। ਮੈਕਲਮ ਨੇ ਕਿਹਾ ਕਿ ਜਿਵੇਂ ਕਿ ਹਾਊਸਿੰਗ ਮਾਰਕੀਟ ਇਕਨੋਮੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਬੈਂਕ ਹਾਊਸਿੰਗ ਮਾਰਕੀਟ ਵਿੱਚ ਹੋ ਰਹੇ ਬਦਲਾਵਾਂ ਨੂੰ ਨੇੜਿਓਂ ਦੇਖ ਰਿਹਾ ਹੈ, ਜਿਸ ਕਰਕੇ ਬੈਂਕ ਨੂੰ ਇਕਨੋਮੀ ਵਿੱਚ ਵੱਧ ਰਹੀ ਮੰਗ ਨੂੰ ਹੌਲੀ ਕਰਨ ਅਤੇ ਇਸ ਨੂੰ ਸਪਲਾਈ ਦੇ ਮੁਤਾਬਕ ਲਿਆਉਣ ਦੀ ਲੋੜ ਹੈ। ਅੱਗੇ ਖਬਰ ਜੋ ਕਿ ਬਰਨਬੀ ਆਰਸੀਐਮਪੀ ਨੇ ਇੱਕ 13 ਸਾਲ ਦੀ ਬੱਚੀ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ, ਉਸ ਦੇ ਬਾਰੇ ਤੁਹਾਨੂੰ ਦੱਸਾਂਗੇ। ਬਰਨਬੀ ਵਿੱਚ ਕਈ ਦਿਨਾਂ ਤੋਂ ਲਾਪਤਾ ਇੱਕ 13 ਸਾਲ ਦੀ ਨਾਬਾਲਗ ਬੱਚੀ ਨੂੰ ਆਖਰੀ ਵਾਰ ਸਕਾਈ ਟ੍ਰੇਨ ਸਟੇਸ਼ਨ ਤੇ ਦੇਖਿਆ ਗਿਆ ਸੀ, ਜਿਸ ਦੇ ਬਾਰੇ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਬੱਚੀ ਦੀ ਭਾਲ ਲਈ ਅਪੀਲ ਵੀ ਕੀਤੀ ਗਈ। ਆਰਸੀਐਮਪੀ ਦੀ ਟੁਕੜੀ ਨੇ ਕਿਹਾ ਕਿ ਇਆਨ ਅਬਦੀ ਸ਼ਾਕੁਰ, ਜਿਸ ਦੀ ਉਮਰ 13 ਸਾਲ ਦੀ ਹੈ, ਸੋਮਵਾਰ ਤੋਂ ਲਾਪਤਾ ਹੈ। ਪੁਲਿਸ ਨੇ ਕਿਹਾ ਕਿ ਆਖਰੀ ਵਾਰ ਸ਼ਾਮ 4 ਵਜੇ ਦੇ ਕਰੀਬ ਉਸ ਨੂੰ ਪ੍ਰੋਡਕਸ਼ਨ ਵੇ ਯੂਨੀਵਰਸਿਟੀ ਸਕਾਈ ਟ੍ਰੇਨ ਸਟੇਸ਼ਨ ਨੇੜੇ ਵੇਖਿਆ ਗਿਆ ਸੀ ਅਤੇ ਇਹ ਸੰਭਵ ਹੈ ਕਿ ਉਹ ਉਸ ਸਮੇਂ 2 ਹੋਰ ਕੁੜੀਆਂ ਨਾਲ ਮੌਜੂਦ ਸੀ। ਆਰਸੀਐਮਪੀ ਨੇ ਬੱਚੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਦਾ ਕੱਦ 5 ਫੁੱਟ 9 ਇੰਚ ਹੈ ਅਤੇ ਸਕਿਨ ਕਲਰ ਮੱਧਮ ਹੈ, ਜਿਸ ਦੇ ਕਾਲੇ ਘੁੰਗਰਾਲੇ ਵਾਲ ਨੇ ਅਤੇ ਉਸਨੇ ਆਖਰੀ ਵਾਰ ਹਲਕੇ ਸਲੇਟੀ ਰੰਗ ਦੀ ਹੁੱਡੀ, ਗੂੜੇ ਨੀਲੇ ਰੰਗ ਦੀ ਜੀਨਸ ਅਤੇ ਕਾਲੇ ਹਾਈ ਟੌਪ ਕਨਵਰਸ ਸਨੀਕਰਸ ਪਾਏ ਹੋਏ ਸੀ। ਜੇਕਰ ਕੋਈ ਵੀ ਜੋ ਜਾਣਦਾ ਹੈ ਕਿ ਉਹ ਹੁਣ ਕਿੱਥੇ ਹੈ, ਉਸ ਨੂੰ ਆਰਸੀਐਮਪੀ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ ਜਾਂ ਗੁੰਮਨਾਮ ਤੌਰ ਤੇ ਕ੍ਰਾਈਮ ਸਟਾਪਰਸ ਨੂੰ ਕਾਲ ਕਰਕੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਹੁਣ ਜਾਣਕਾਰੀ ਜੋ ਨਿਊ ਵੈਸਟਮਿੰਸਟਰ ਤੋਂ ਮਾਮਲਾ ਸਾਹਮਣੇ ਆਇਆ ਹੈ। ਅਣਜਾਣ ਵਿਅਕਤੀਆਂ ਦੇ ਉੱਤੇ ਪੇਪਰ ਸਪਰੇ ਦੇ ਨਾਲ ਹਮਲਾ ਕੀਤਾ ਗਿਆ। ਕੀ ਇਹ ਪੂਰਾ ਮਾਮਲਾ, ਇਸ ਦੇ ਬਾਰੇ ਹੁਣ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ। ਨਿਊ ਵੈਸਟਮਿੰਸਟਰ ਪਾਰਕ ਵਿੱਚ 2 ਗਰੁੱਪਾਂ ਵਿਚਾਲੇ ਬਹਿਸ ਦੌਰਾਨ ਅਜਨਬੀਆਂ ਤੇ ਮਿੱਠ ਸਪਰੇ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ 2 ਗਰੁੱਪਾਂ ਵਿਚਾਲੇ ਬਹਿਸ ਅਤੇ ਹਮਲੇ ਤੋਂ ਬਾਅਦ ਮਾਮਲੇ ਵਿੱਚ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਅਤੇ ਕਈਆਂ ਨੂੰ ਮਾਮੂਲੀ ਸੱਟਾਂ ਵੀ ਆਈਆਂ ਨੇ। ਜਾਣਕਾਰੀ ਮੁਤਾਬਕ ਨਿਊ ਵੈਸਟਮਿੰਸਟਰ ਦੀ ਪੁਲਿਸ ਨੂੰ ਰਾਤ ਦੇ ਕਰੀਬ 11:30 ਵਜੇ 911 ਤੇ ਕਾਲ ਆਈ, ਜਿੱਥੇ ਉਹਨਾਂ ਨੂੰ ਪੀਅਰ ਪਾਰਕ ਵਿੱਚ ਗਰੁੱਪਾਂ ਵਿਚਾਲੇ ਹੋਈ ਲੜਾਈ ਅਤੇ ਪੈਪਰ ਸਪਰੇ ਨਾਲ ਹਮਲਾ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਫਿਲਹਾਲ ਪੁਲਿਸ ਨੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਕਿ ਮਿੱਠ ਸਪਰੇ ਦੇ ਹਮਲੇ ਵਿੱਚ ਕਿੰਨੇ ਲੋਕਾਂ ਦਾ ਨੁਕਸਾਨ ਹੋਇਆ ਅਤੇ ਕਿੰਨਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਸਾਡੀ ਜਾਂਚ ਮੁਤਾਬਕ ਹਮਲਾਵਰ ਅਤੇ ਪੀੜਤ ਇੱਕ ਦੂਜੇ ਨੂੰ ਨਹੀਂ ਜਾਣਦੇ ਸੀ ਅਤੇ ਜੇਕਰ ਕਿਸੇ ਨੇ ਵੀ ਇਹ ਹਮਲਾ ਹੁੰਦਾ ਵੇਖਿਆ ਹੈ ਤਾਂ ਉਸ ਨੂੰ ਪੁਲਿਸ ਵਿਭਾਗ ਵਿੱਚ ਕਾਲ ਕਰਕੇ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ। ਪੁਲਿਸ ਨੇ ਕਿਹਾ ਕਿ ਇੱਕ ਸ਼ੱਕੀ ਵਿਅਕਤੀ ਨੂੰ ਫਿਲਹਾਲ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਮਾਮਲੇ ਵਿੱਚ ਅਜੇ ਵੀ ਜਾਂਚ ਚੱਲ ਰਹੀ ਹੈ। ਕੈਨੇਡਾ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਜੋ ਕਿ ਵਾਤਾਵਰਣ ਦੇ ਅਨੁਕੂਲ ਫੈਸਲੇ ਲਏ ਜਾਣ ਤੇ ਕਦਮ ਚੁੱਕੇ ਜਾਣ ਦੇ ਬਾਰੇ ਇੱਕ ਸਾਲ 2050 ਤੱਕ ਜ਼ੀਰੋ ਐਮਿਸ਼ਨ ਦਾ ਟੀਚਾ ਮਿਥਿਆ ਗਿਆ ਹੈ ਤੇ ਇਸੇ ਨੂੰ ਲੈ ਕੇ ਕੈਨੇਡਾ ਪੋਸਟ ਨੇ ਐਲਾਨ ਕੀਤਾ ਹੈ। ਕੈਨੇਡਾ ਪੋਸਟ ਦੇ ਅਧਿਕਾਰੀਆਂ ਦੇ ਵੱਲੋਂ ਜੋ ਇਹ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਸਾਲ 2040 ਤੱਕ ਦਾ ਕੈਨੇਡਾ ਪੋਸਟ ਦਾ ਟੀਚਾ ਹੈ ਕਿ ਉਹਨਾਂ ਦੇ ਜਿੰਨੇ ਵੀ ਵਾਹਨ ਨੇ
ਉਹਨਾਂ ਨੂੰ ਇਲੈਕਟ੍ਰਿਕ ਕਰ ਦਿੱਤਾ ਜਾਵੇਗਾ। 14,000 ਕੈਨੇਡਾ ਪੋਸਟ ਦੇ ਵਾਹਨ ਦੱਸੇ ਗਏ ਨੇ ਜਿਨ੍ਹਾਂ ਦੇ ਨਾਲ ਚਿੱਠੀਆਂ ਨੂੰ ਜਾਂ ਪਾਰਸਲ ਨੇ ਜੋ ਉਹਨਾਂ ਨੂੰ ਡਿਲੀਵਰ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਇਲੈਕਟ੍ਰਿਕ ਕਰ ਦਿੱਤਾ ਜਾਵੇਗਾ ਕਿ $1 ਬਿਲੀਅਨ ਦੇ ਕਰੀਬ ਦਾ ਖਰਚਾ ਦੱਸਿਆ ਗਿਆ ਹੈ ਤੇ ਸਾਲ 2040 ਤੱਕ ਦਾ ਇਹ ਟੀਚਾ ਹੈ। ਜਿਸ ਦੇ ਵਿੱਚ ਜਦੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਕਿਹਾ ਗਿਆ ਹੈ ਕਿ ਕੈਨੇਡਾ ਸਰਕਾਰ ਨੇ ਜੋ ਸਾਲ 2050 ਤੱਕ ਦਾ ਟੀਚਾ ਮਿਥਿਆ ਹੋਇਆ ਹੈ ਉਸੇ ਨੂੰ ਮਦਦ ਦੇਣ ਦੇ ਲਈ ਤੇ ਉਸੇ ਦੇ ਉੱਤੇ ਕੰਮ ਕੀਤੇ ਜਾਣ ਦੇ ਲਈ ਕੈਨੇਡਾ ਪੋਸਟ ਦੇ ਵੱਲੋਂ ਵੀ ਕੁਝ ਇਹ ਕਦਮ ਚੁੱਕੇ ਜਾਣਗੇ, ਜਿਸ ਦੇ ਬਾਰੇ ਦੱਸਿਆ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਵੱਖੋ ਵੱਖਰੇ ਅਦਾਰੇ ਇਸ ਸਮੇਂ ਜੋ ਜ਼ੀਰੋ ਐਮਿਸ਼ਨ ਦਾ ਟੀਚਾ ਹੈ ਇਸ ਨੂੰ ਲੈ ਕੇ ਜੋ ਪ੍ਰਦੂਸ਼ਣ ਵੀ ਘੱਟ ਹੋਵੇ ਤੇ ਇਸ ਦੇ ਨਾਲ ਹੀ ਵਾਤਾਵਰਣ ਦੇ ਅਨੁਕੂਲ ਫੈਸਲੇ ਲਏ ਜਾ ਸਕਣ। ਖਾਸ ਤੌਰ ਦੇ ਉੱਤੇ ਪਹਿਲ ਦੇ ਆਧਾਰ ਦੇ ਉੱਤੇ ਜੋ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਵਿੱਚ ਜਿਵੇਂ ਕਿ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਦੇ ਵਿੱਚ ਵਾਧਾ ਕੀਤੇ ਜਾਣ ਨੂੰ ਲੈ ਕੇ ਤੇ ਇਲੈਕਟ੍ਰਿਕ ਵਾਹਨਾਂ ਨੂੰ ਤਿਆਰ ਕੀਤੇ ਜਾਣ ਦੇ ਲਈ ਪਲਾਂਟ ਇੱਥੇ ਹੀ ਲੱਗ ਸਕਣ। ਕੈਨੇਡਾ ਦੇ ਵਿੱਚ ਕਈ ਕੰਪਨੀਆਂ ਨੂੰ ਇਸ ਸੰਬੰਧੀ ਨਿਵੇਸ਼ ਕੀਤੇ ਜਾਣ ਵਿੱਚ ਮਦਦ ਵੀ ਦਿੱਤੀ ਜਾ ਰਹੀ ਹੈ, ਕੈਨੇਡਾ ਸਰਕਾਰ ਦੇ ਵੱਲੋਂ ਵੀ ਤੇ ਸੂਬਾ ਸਰਕਾਰਾਂ ਵੱਲੋਂ ਵੀ। ਇਸ ਦੇ ਵਿੱਚ ਨਾ ਸਿਰਫ ਕੈਨੇਡਾ ਸਰਕਾਰ ਜਾਂ ਸੂਬਾ ਸਰਕਾਰਾਂ ਸਗੋਂ ਵੱਖੋ ਵੱਖਰੇ ਸ਼ਹਿਰਾਂ ਦੀਆਂ ਜੋ ਸਰਕਾਰਾਂ ਨੇ ਉਹਨਾਂ ਦੇ ਵੱਲੋਂ ਵੀ ਆਪੋ ਆਪਣੇ ਪੱਧਰ ਦੇ ਉੱਤੇ ਨਿਵੇਸ਼ ਕੀਤੇ ਜਾਣ ਸੰਬੰਧੀ ਜੋ ਫੈਸਲੇ ਲਏ ਜਾ ਰਹੇ ਨੇ ਤੇ ਕਦਮ ਚੁੱਕੇ ਜਾਣ ਦੀ ਗੱਲ ਕਹੀ ਜਾ ਰਹੀ ਹੈ, ਜਿਸ ਦੇ ਵਿੱਚ ਜੋ ਕਿ ਸਿਟੀ ਦੇ ਵੀ ਵਾਹਨ ਹੋਣਗੇ ਉਹਨਾਂ ਨੂੰ ਵੀ ਇਲੈਕਟ੍ਰਿਕ ਕੀਤਾ ਜਾਵੇਗਾ ਤੇ ਨਾਲ ਹੀ ਜੋ ਵੱਖੋ ਵੱਖਰੇ ਅਦਾਰਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਵਾਤਾਵਰਣ ਦੇ ਅਨੁਕੂਲ ਕੋਈ ਕਦਮ ਚੁੱਕਿਆ ਜਾ ਸਕਦਾ ਹੈ ਉਸ ਸੰਬੰਧੀ ਫੈਸਲੇ ਲਏ ਜਾਣ ਦੇ ਬਾਰੇ ਜੋ ਇਹ ਗੱਲ ਕਹੀ ਜਾ ਰਹੀ ਹੈ। ਖਾਸ ਤੌਰ ਦੇ ਉੱਤੇ ਇੱਕ ਵਾਰ 'ਚ ਵਰਤੋਂ 'ਚ ਆਉਣ ਵਾਲੀ ਪਲਾਸਟਿਕ ਨੂੰ ਖਤਮ ਹੀ ਕਰ ਦੇਣ ਦੇ ਬਾਰੇ ਕਿ ਉਸ ਦੀ ਨਾ ਵਿਕਰੀ ਹੋਵੇ ਤੇ ਨਾ ਉਹ ਕਿਤੇ ਵੀ ਵਰਤੋਂ ਦੇ ਵਿੱਚ ਆਵੇ, ਉਸ ਸੰਬੰਧੀ ਵੀ ਐਲਾਨ ਤਾਂ ਕੀਤਾ ਜਾ ਚੁੱਕਿਆ ਤੇ ਇਸ ਦੇ ਬਾਰੇ ਕੋਈ ਠੋਸ ਕਦਮ ਫਿਲਹਾਲ ਨਹੀਂ ਚੁੱਕੇ ਗਏ ਨੇ ਕਿਉਂਕਿ ਜੋ ਕਈਆਂ ਦੇ ਵੱਲੋਂ ਤਾਂ ਜੋ ਵੱਡੇ ਸਟੋਰ ਵੀ ਨੇ, ਵੱਡੀਆਂ ਕੰਪਨੀਆਂ ਵੀ ਨੇ, ਇਹ ਗੱਲ ਮੰਨ ਲਈ ਗਈ ਹੈ ਤੇ ਉਹ ਪਲਾਸਟਿਕ ਦੇ ਲਿਫਾਫੇ ਨਹੀਂ ਦੇ ਰਹੇ ਤੇ ਸਮੇਂ-ਸਮੇਂ ਦੇ ਉੱਤੇ ਇਸ ਸੰਬੰਧੀ ਤਬਦੀਲੀ ਕੀਤੀ ਜਾ ਰਹੀ ਹੈ। ਪਰ ਪੱਕੇ ਤੌਰ ਦੇ ਉੱਤੇ ਹਰ ਥਾਂ ਦੇ ਉੱਤੇ ਇਹ ਲਾਗੂ ਨਹੀਂ ਹੋਇਆ ਕਿਉਂਕਿ ਕਈ ਥਾਵਾਂ ਤੇ ਹਜੇ ਵੀ ਜੋ ਪਲਾਸਟਿਕ ਦੇ ਲਿਫਾਫੇ ਵੀ ਮਿਲਦੇ ਨੇ ਤੇ ਪਲਾਸਟਿਕ ਦੀਆਂ ਸਟ੍ਰੋਜ਼ ਦੀ ਵੀ ਵਰਤੋਂ ਹੁੰਦੀ ਹੈ। ਪਰ ਜੋ ਵੱਡੇ ਰੈਸਟੋਰੈਂਟ ਦੀਆਂ ਚੇਨਸ ਨੇ ਤੇ ਇਸ ਦੇ ਨਾਲ ਹੀ ਵੱਡੇ ਗਰੋਸਰੀ ਸਟੋਰ ਨੇ ਉਹਨਾਂ ਦੇ ਵੱਲੋਂ ਤਾਂ ਜੋ ਇਹ ਫੈਸਲਾ ਲਾਗੂ ਵੀ ਕਰ ਦਿੱਤਾ ਗਿਆ ਹੈ, ਜਿਵੇਂ ਕਿ ਵਾਲਮਾਰਟ, ਕਿ ਉੱਥੇ ਪਲਾਸਟਿਕ ਦੇ ਲਿਫਾਫੇ ਦੇਣੇ ਗਰੋਸਰੀ ਦੇ ਵਾਸਤੇ ਬੰਦ ਕਰ ਦਿੱਤੇ ਗਏ ਨੇ। ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਅੱਗੇ ਇਸ ਦੇ ਬਾਰੇ ਕੋਈ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ ਤੇ ਇਸ ਦੇ ਨਾਲ ਹੀ ਕੈਨੇਡਾ ਭਰ ਤੋਂ ਹੋਰ ਖਬਰਾਂ ਲੈ ਕੇ ਤੁਹਾਡੇ ਲਈ ਅਸੀਂ ਹਾਜ਼ਰ ਹੋਵਾਂਗੇ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।